ਥਾਣਾ ਦਾਖਾ ਦੇ ਅਧੀਨ ਆਉਂਦੇ ਪਿੰਡ ਇਸੋਵਾਲ ਦੇ ਖੇਤਰ ਵਿੱਚ 9 ਫਰਵਰੀ 2019 ਨੂੰ ਹੋਏ ਇੱਕ ਘਿਨਾਉਣੇ ਸਮੂਹਕ ਬਲਾਤਕਾਰ ਕੇਸ ਦਾ ਮੁੱਖ ਮੁਲਜ਼ਮ ਜਿਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ, ਉਸ ਦੇ ਜ਼ਮਾਨਤ ਤੇ ਆਉਣ ਨਾਲ ਜਿੱਥੇ ਲੁਧਿਆਣਾ ਪੁਲਿਸ ਸਖਤੇ ਵਿੱਚ ਹੈ, ਉੱਥੇ ਲੜਕੀ ਜੋ ਪੀੜਤ ਲੜਕੀ ਸੀ ਉਹ ਅਤੇ ਉਸ ਦੇ ਦੋਸਤ ਦਾ ਪਰਿਵਾਰ ਦੋਵੇਂ ਪਰਿਵਾਰ ਬਹੁਤ ਸਦਮੇ ਅਤੇ ਸਖਤੇ ਵਿੱਚ ਹਨ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਮੁਲਜ਼ਮ ਦੇ ਬਾਹਰ ਆਉਣ ਨਾਲ ਆਪਣੀ ਜਾਨ ਮਾਲ ਦਾ ਖਤਰਾ ਹੈ। ਲੜਕੀ ਨੇ ਤਾਂ ਇਹ ਵੀ ਪਹੁੰਚ ਕਰਕੇ ਪੁਲਿਸ ਨੂੰ ਦੱਸਿਆ ਸੀ ਕਿ ਲੜਕੇ ਭਾਵ ਕਿ ਮੁੱਖ ਮੁਲਜ਼ਮ ਦੇ ਪਿਤਾ ਵੱਲੋਂ ਉਸ ਦਾ ਪਰਿਵਾਰ ਧਮਕਾਇਆ ਜਾ ਰਿਹਾ ਹੈ, ਉਸ ਨੂੰ ਡਰਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਲੜਕੀ ਦੇ ਦੋਸਤ ਪਰਿਵਾਰ ਵੱਲੋਂ ਵੀ ਇਹੋ ਜਿਹੀ ਹੀ ਸ਼ਿਕਾਇਤ ਕੀਤੀ ਜਾ ਰਹੀ ਹੈ। हैरानी की गल है कि बहुत सारे सबूत होने के बावजूद यह मुख मुलजम जगरूप सिंह किस तरह जमानत के बाहर आ सकिया है कि वकीलों की वड्डी गिणती जो कि सरकार वालों भर्ती किए हुए हैं कि वह यह पक्ष पेश नहीं पूरी तरह कर सके, जबकि पुलिस नूं पूरा भरोसा सी कि उन्होंने इन्नी बरीकी नाल इस केस की जांच की सी अते इन्नी तेजी नाल 40-45 दिनों के अंदर ही पुलिस वालों इस संबंधी चार्जशीट दायर कर दी गई सी। मुख मुलजम जगरूप सिंह की ਜ਼ਮਾਨਤ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਪਹੁੰਚ ਕਰ ਰਹੀ ਹੈ। ਐਡਵੋਕੇਟ ਜਨਰਲ ਦੇ ਦਫ਼ਤਰ ਵੱਲੋਂ ਪੰਜਾਬ ਵੱਲੋਂ ਪੁਲਿਸ ਨੂੰ ਹਰੀ ਝੰਡੀ ਇਸ ਮਾਮਲੇ ਵਿੱਚ ਦੇ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਪੀੜਤ ਲੜਕੀ ਵੱਲੋਂ ਵੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ। ਉਸ ਵੱਲੋਂ ਇਸ ਸੰਬੰਧੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 9 ਫਰਵਰੀ 2019 ਨੂੰ ਥਾਣਾ ਦਾਖਾ ਦੇ ਪਿੰਡ ਈਸੋਵਾਲ ਖੇਤਰ ਵਿੱਚ ਇੱਕ ਲੜਕਾ ਤੇ ਲੜਕੀ ਕਾਰ ਵਿੱਚ ਜਾ ਰਹੇ ਸਨ ਕਿ ਰਸਤੇ ਵਿੱਚ ਉਹਨਾਂ ਨੂੰ ਕਈ ਬੰਦਿਆਂ ਨੇ ਘੇਰ ਲਿਆ ਸੀ। ਉਹਨਾਂ ਨੇ ਲੜਕੇ ਦੀ ਕਾਫੀ ਕੁੱਟਮਾਰ ਕੀਤੀ ਸੀ ਅਤੇ ਉਸ ਤੋਂ 1 ਲੱਖ ਰੁਪਏ ਦੀ ਫਰੌਤੀ ਮੰਗੀ ਸੀ ਅਤੇ ਲੜਕੀ ਨਾਲ ਸਮੂਹਕ ਜਬਰ ਜਨਾਹ ਕੀਤਾ ਗਿਆ ਸੀ। ਲੜਕੇ ਦੇ ਫੋਨ ਤੇ ਹੀ ਮੁਲਜ਼ਮਾਂ ਨੇ ਲੜਕੇ ਦੇ ਦੋਸਤ ਨਾਲ 1 ਲੱਖ ਰੁਪਏ ਸੰਬੰਧੀ ਗੱਲਬਾਤ ਕੀਤੀ ਸੀ ਅਤੇ ਉਸ ਲੜਕੇ ਨੇ ਇਸ ਕਾਲ ਦੀ ਰਿਕਾਰਡਿੰਗ ਕਰ ਲਈ ਸੀ ਤੇ ਉਹ ਇਹ ਰਿਕਾਰਡਿੰਗ ਲੈ ਕੇ ਪੁਲਿਸ ਕੋਲ ਪਹੁੰਚਿਆ ਸੀ। ਸੋ ਅਗਲੇ ਦਿਨ ਲੜਕਾ ਪੁਲਿਸ ਕੋਲ ਪਹੁੰਚਿਆ ਸੀ ਕਿਉਂਕਿ ਉਸ ਦੀ ਬਹੁਤ ਜ਼ਿਆਦਾ ਕੁੱਟਮਾਰ ਹੋਈ ਸੀ। ਉਹ ਆਪਣੀ ਕੁੱਟਮਾਰ ਤੋਂ ਬਹੁਤ ਖਫਾ ਸੀ ਤੇ ਰਾਤ ਨੂੰ ਕਿਉਂਕਿ ਥਾਣੇ ਵਿੱਚ ਪੁਲਿਸ ਕੋਲ ਇਹ ਜਾਣਕਾਰੀ ਆ ਚੁੱਕੀ ਸੀ ਕਿ ਲੜਕੇ ਲੜਕੀ ਨੂੰ ਘੇਰਿਆ ਗਿਆ ਹੈ ਤਾਂ ਥਾਣੇ ਵਿੱਚ ਹੀ ਚੌਕਸ ਪੁਲਿਸ ਨੇ ਉਸ ਤੋਂ ਪੁੱਛਿਆ ਸੀ ਕਿ ਤੇਰੇ ਨਾਲ ਤਾਂ ਇੱਕ ਲੜਕੀ ਵੀ ਸੀ ਤੇ ਜਿਸ ਤੇ ਇਹ ਸਾਰੀ ਗੱਲ ਬਾਹਰ ਆਈ। ਲੜਕਾ ਤੇ ਲੜਕੀ ਬਹੁਤ ਡਰੇ ਹੋਏ ਸਨ। ਪੁਲਿਸ ਨੇ 10 ਫਰਵਰੀ ਨੂੰ ਇਸ ਸੰਬੰਧੀ ਕੇਸ ਦਰਜ ਕੀਤਾ ਸੀ ਅਤੇ ਜਲਦੀ ਹੀ ਸਾਰੇ ਮੁਲਜ਼ਮ ਫੜ ਲਏ ਗਏ ਸਨ ਅਤੇ ਹੈਰਾਨੀ ਦੀ ਗੱਲ ਹੈ ਕਿ ਲੜਕਿਆਂ ਦੇ ਜੋ ਮੁੱਖ ਮੁਲਜ਼ਮ ਸਨ ਸਾਰੇ ਜਣੇ ਉਹਨਾਂ ਦੇ ਮੋਬਾਈਲ ਫੋਨਾਂ ਵਿੱਚੋਂ ਜੋ ਡਾਟਾ ਮਿਲਿਆ ਉਹ ਕਈ ਲੜਕੀਆਂ ਨਾਲ ਬਲਾਤਕਾਰਾਂ ਦੇ ਨਾਲ ਸੰਬੰਧੀ ਸੀ ਅਤੇ ਬਹੁਤ ਸਾਰੀਆਂ ਲੜਕੀਆਂ ਨਾਲ ਉਹਨਾਂ ਨੇ ਇਹ ਕਾਰੇ ਕੀਤੇ ਸਨ ਅਤੇ ਬਹੁਤੀਆਂ ਲੜਕੀਆਂ ਇਸ ਮਾਮਲੇ ਵਿੱਚ ਅੱਗੇ ਨਹੀਂ ਆਈਆਂ ਤੇ ਉਹਨਾਂ ਵਿੱਚੋਂ ਕੋਈ ਵੀ ਰਿਪੋਰਟ ਦਰਜ ਕਰਾਉਣ ਅੱਗੇ ਨਹੀਂ ਆਈ। ਸਿਰਫ ਇਹ ਪੀੜਤ ਲੜਕੀ ਹੀ ਅੱਗੇ ਆਈ ਤੇ ਉਹ ਵੀ ਇਸ ਕਰਕੇ ਸੰਭਵ ਹੋ ਸਕਿਆ ਕਿਉਂਕਿ ਉਸ ਦੇ ਦੋਸਤ ਲੜਕੇ ਨੇ ਜੋ ਅੱਗੋਂ ਆਪਣੇ ਦੋਸਤ ਨੂੰ ਫੋਨ ਕੀਤਾ ਸੀ ਉਹ ਕਾਲ ਰਿਕਾਰਡ ਹੋਈ ਸੀ। ਵੀ ਨੀਰਜਾ IPS ਜੋ ਇਸ ਵੇਲੇ ADGP ਪੁਲਿਸ ਵੈਲਫੇਅਰ ਹਨ ਉਹਨਾਂ ਨਾਲ ਇਸ ਮਾਮਲੇ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹ ਵੀ ਕਾਫੀ ਸਦਮੇ ਵਿੱਚ ਹਨ ਮੁੱਖ ਮੁਲਜ਼ਮ ਜਗਰੂਪ ਸਿੰਘ ਦੇ ਬਾਹਰ ਆਉਣ ਸੰਬੰਧੀ ਤੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ। ਆਓ ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਵੀ ਨੀਰਜਾ ਜੀ, ਇਹ ਜਿਹੜਾ ਕੇਸ ਗੈਂਗਰੇਪ ਹੋਇਆ ਸੀ ਲੁਧਿਆਣੇ ਦੇ ਪਿੰਡ ਇਸੇਵਾਲ ਵਿੱਚ ਲੜਕੀ ਨਾਲ ਗੈਂਗਰੇਪ ਹੋਇਆ ਸੀ ਬਾਹਰ ਖੇਤਾਂ ਦੇ ਬਾਹਰਲੇ ਪਾਸੇ, ਤਾਂ ਉਸ ਕੇਸ ਵਿੱਚ ਮੁੱਖ ਮੁਲਜ਼ਮ ਨੂੰ ਮੇਨ ਜੋ ਅਕਿਊਜ਼ਡ ਸੀ ਉਹਨੂੰ ਜ਼ਮਾਨਤ ਮਿਲ ਰਹੀ ਹੈ, ਹਾਈ ਕੋਰਟ ਤੋਂ ਮਿਲ ਗਈ ਹੈ ਤੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? It's actually very unfortunate. Police had done a बहुत fantastic investigation and maximum possible evidence was collected. And ਇਹਦੇ ਵਿੱਚ charge sheet ਵੀ within 40 days we have filed. And
and the arrest of all the accused also 3-4 ਦਿਨ ਦੇ ਵਿੱਚ ਆਈਡੈਂਟੀਫਾਈ ਕਰਕੇ ਉਹਨੂੰ ਸਾਰਿਆਂ ਨੂੰ ਅਰੈਸਟ ਕੀਤਾ. This is one of those very well investigated cases. ਤੇ ਜਿਹੜਾ ਮੁਲਜ਼ਮਾਂ ਕੋਲੋਂ ਜੋ ਉਹਨਾਂ ਦੇ ਫੋਨਾਂ ਚੋਂ ਡਾਟਾ ਮਿਲਿਆ ਸੀ ਉਹ ਬਹੁਤ ਹੀਨਸ ਕਿਸਮ ਦਾ ਸੀ ਕਿ ਹੀਨਸ ਅਪਰਾਧ ਉਹ ਕਰਦੇ ਰਹੇ ਨੇ. ਇਸ ਲੜਕੀ ਨਾਲ ਜੋ ਜਿਹੜਾ ਇਹ ਹਿੱਸੇ ਵਾਲੇ ਇਹ ਜੋ ਗੈਂਗ ਰੇਪ ਹੋਇਆ ਸੀ ਇਹ ਬਹੁਤ ਹੀਨਸ ਕਿਸਮ ਦਾ ਕ੍ਰਾਈਮ ਸੀ ਤੇ ਉਹਨਾਂ ਦੇ ਮੋਬਾਈਲਾਂ ਵਿੱਚੋਂ ਹੋਰ ਲੜਕੀਆਂ ਨਾਲ ਵੀ ਇਸ ਤਰ੍ਹਾਂ ਦੇ ਕ੍ਰਾਈਮ ਹੋਣ ਦਾ ਡਾਟਾ ਮਿਲਿਆ. ਤੇ ਇੰਨਾ ਕੇਸ ਸਟਰੋਂਗ ਹੋਣ ਦੇ ਬਾਵਜੂਦ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਸਟੈਪ ਤੇ ਆ ਕੇ ਕਿੱਥੇ ਢਿੱਲ ਹੋਈ ਕਿ ਇਸ ਨੂੰ ਜਗਰੂਪ ਸਿੰਘ ਨੂੰ ਮੇਨ ਅਕਿਊਜ਼ਡ ਨੂੰ ਜ਼ਮਾਨਤ ਮਿਲ ਰਹੀ ਹੈ? This is actually very unfortunate. Actually, trial lamba ho gaya due to COVID. The courts were closed from March to मेरे ख्याल से August October तक. तो trial late हो गए. So otherwise we were following up the trial regularly कि ये छेती से छेती इन्हों ये सारा जल्दी होके खत्म होके the accused gets severest of the punishment. So it is unfortunate that main accused ने इस तरह trial ਦੇ in the middle of the trial bail has been given. ਜਿਸ ਤਰ੍ਹਾਂ 9 ਫਰਵਰੀ ਦੀ ਗੱਲ ਹੈ ਇਹ 2019 ਨੂੰ ਤੇ ਪੂਰੀ ਠੰਡ ਸੀ, ਠੰਡ ਬਹੁਤ ਪੈਂਦੀ ਫਰਵਰੀ ਦੇ ਮਹੀਨੇ 'ਚ, ਕਾਫੀ ਸਰਦੀ ਹੁੰਦੀ ਤੇ ਉਹ ਲੜਕੀ ਨਾਲ ਜਿਸ ਤਰ੍ਹਾਂ ਗੈਂਗ ਰੇਪ ਹੋਇਆ ਤੇ ਤੁਸੀਂ ਨੈਚੁਰਲ ਉਹਨੂੰ ਵਿਕਟਮ ਨੂੰ ਮਿਲੇ ਹੋਵੋਗੇ ਤੇ ਹੋਰ ਕੀ ਤੱਥ ਕੁਝ ਤੁਸੀਂ ਬੀਇੰਗ ਫੀਮੇਲ ਤੁਸੀਂ ਬਹੁਤ ਸੈਂਸਿਟਿਵਲੀ ਇਸ ਦੀ ਕੇਸ ਦੀ ਨਿਗਰਾਨੀ ਕੀਤੀ ਸੀ, ਤੁਸੀਂ ਕੀ ਆਪਣੇ ਤੌਰ ਤੇ ਜਾਣਦੇ ਹੋ? See, I personally think that she is an extremely brave girl. जिनने आके who had reported the crime. So there has been so many from whatever evidences we've seen and interrogation ਦੇ ਵਿੱਚ ਪਤਾ ਲੱਗਾ ਕਿ ਇਹ ਪਹਿਲੇ also they have done many but other victims did not come forward क्योंकि it's basically because lack of confidence. So I really salute this girl that she had कि ना brave सिगा that she came forward and reported a crime and a gang was traced. Otherwise if this gang was outside पता नहीं और किन लड़कियों के साथ they would have done this sexual crimes. 10-12 लड़कियां जिस तरह पहले दी गल है if this gang was not traced तो imagine what would have happened. ਹੋਰ ਕਿੰਨੀਆਂ ਲੜਕੀਆਂ ਦੀ ਤਬਾਹੀ ਹੁੰਦੀ. ਅੱਛਾ, ਹੁਣ ਜਿਸ ਤਰ੍ਹਾਂ ਕਿ ਉਹਨੂੰ ਜਗਰੂਪ ਨੂੰ ਬੇਲ ਹਾਈ ਕੋਰਟ ਨੇ ਦੇ ਦਿੱਤੀ ਹੈ ਤੇ ਲੜਕੀ ਜਿਹੜੀ ਵਿਕਟਮ ਹੈ ਉਹਦਾ ਕਹਿਣਾ ਕਿ ਉਹਦਾ ਫਾਦਰ ਜੋ ਜਗਰੂਪ ਦਾ ਉਹਨਾਂ ਨੂੰ ਡਰਾ ਕੇ ਗਿਆ ਹੈ ਨਾ, ਇੰਟੀਮੀਡੇਟ ਕਰਕੇ ਗਿਆ ਤੇ ਲੜਕੇ ਦੇ ਪਰਿਵਾਰ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ. ਲੜਕੀ ਦਾ ਜੋ ਦੋਸਤ ਸੀ ਜਿਹਨੇ ਬੜੀ ਬਰੇਵਲੀ ਫੇਸ ਕੀਤਾ ਉਹਨਾਂ ਨੂੰ ਉਸ ਰਾਤ, ਕ੍ਰਾਈਮ ਵਾਲੀ ਰਾਤ, ਤੇ ਕਿੱਥੇ ਕੀ ਆਪਾਂ ਸੋਚੀਏ ਕਿ ਕਾਨੂੰਨ ਵਿੱਚ ਕਿੱਥੇ ਕੀ ਕੁਝ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਅਪਰਾਧੀ ਬਚ ਨਾ ਸਕਣ? No, actually the complaints, the cognizance was taken by the local SSP and also I think in Ludhiana and they've taken action against those complaints ki threat mil rahe and all. There are provisions in the law which cases can be registered against jo witness no threaten kar rahe. And I think if I'm sure I'm not very I was supervising the investigation but I think after the charge sheet and I do not know what this one I just heard that but I think they have taken action. I was told that ऐसे complaints आई है. ਜਿਸ ਤਰ੍ਹਾਂ ਹੁਣ ਲੜਕੀ ਦੇ ਪਰਿਵਾਰ ਨੂੰ ਕਿਉਂਕਿ ਉਹਦੇ ਮਦਰ ਹੀ ਨੇ, ਫਾਦਰ ਉਹਦੇ ਨਹੀਂ ਹੈਗੇ ਤੇ ਉਹਨੂੰ ਲੜਕੀ ਮਹਿਸੂਸ ਕਰਦੀ ਹੈ ਕਿ ਉਹਦੀ ਜਾਨ ਨੂੰ ਖਤਰਾ ਆ. ਤੇ ਜਿੰਨਾ ਮੁਝੇ ਯਾਦ ਹੈ ਨਾ they have the local police has taken action. ਤੇ ਤੁਹਾਨੂੰ ਲੱਗਦਾ ਕਿ ਕਾਨੂੰਨਾਂ ਵਿੱਚ ਕਿਧਰੇ ਤਬਦੀਲੀ, ਕੋਈ ਚੇਂਜ ਦੀ ਲੋੜ ਹੈ ਜਾਂ ਜੁਡੀਸ਼ਰੀ ਦੇ ਲੈਵਲ ਤੇ ਜਾਂ ਪੁਲਿਸ ਦੇ ਲੈਵਲ ਤੇ ਹੋਰ ਸ਼ਾਰਪ ਕਿਸਮ ਦੀ ਜਾਂਚ, ਹੋਰ ਸਟਲ ਕਿਸਮ ਦੀ ਜਾਂਚ ਜ਼ਰੂਰੀ ਹੈ ਤਾਂ ਕਿ ਅਕਿਊਜ਼ਡ ਨੇ ਜਿਹੜੇ ਬਚ ਨਾ ਸਕਣ? Actually the law is very good and it is very stringent. What is required is कि the implementation has to be done promptly, swiftly and ensure justice is given. If we are able to do that, it's like we have achieved whatever is the purpose of the law. ਜਿਸ ਤਰ੍ਹਾਂ ਨਿਰਭਇਆ ਐਪੀਸੋਡ ਦਿੱਲੀ 'ਚ ਕਾਂਡ ਵਾਪਰਿਆ ਸੀ ਤਾਂ ਪੂਰੀ ਦਿੱਲੀ ਹੀ ਨਹੀਂ ਪੂਰੇ ਮੁਲਕ ਵਿੱਚ, ਪੂਰੇ ਦੇਸ਼ ਵਿੱਚ ਰੋਸ ਪ੍ਰਦਰਸ਼ਨ, ਐਜੀਟੇਸ਼ਨਸ ਹੋਈਆਂ ਸੀ. ਸਾਰਾ ਦੇਸ਼ ਇਸ ਮਾਮਲੇ ਤੇ, ਧੀਆਂ ਨੂੰ ਬਚਾਉਣ ਦੇ ਮਾਮਲੇ ਤੇ ਇੱਕ ਸੀ ਤੇ ਇਹ ਬਹੁਤ ਹੀਨਸ ਕ੍ਰਾਈਮਸ ਹੋਇਆ ਇਹ ਜਿਹੜਾ 9 ਫਰਵਰੀ 2019 ਵਾਲਾ ਤੇ ਉਸ ਤੋਂ ਉਹਨਾਂ ਤੋਂ ਜਿਹੜਾ ਡਾਟਾ ਮੋਬਾਈਲਾਂ ਵਿੱਚੋਂ ਉਹਨਾਂ ਜਿਹੜੇ ਅਕਿਊਜ਼ਡ ਦੇ ਵਿੱਚੋਂ ਮਿਲਿਆ ਤੇ ਉਹਦੇ ਨਾਲ 10-12 ਹੋਰ ਕੁੜੀਆਂ ਨਾਲ ਵੀ ਇਸ ਤਰ੍ਹਾਂ ਹੋ ਚੁੱਕਿਆ ਪਰ ਉਹ ਕੁੜੀਆਂ ਕਿਉਂਕਿ ਨਹੀਂ ਸਾਹਮਣੇ ਆਈਆਂ ਤੇ ਨਾ
ਉਹਨਾਂ ਚ ਉਹੀ ਤੁਸੀਂ ਪਹਿਲਾਂ ਵੀ ਕਹਿ ਚੁੱਕੇ ਹੋ ਕਿ ਉਹਨਾਂ ਵਿੱਚ ਸਵੈ ਵਿਸ਼ਵਾਸ ਦੀ ਘਾਟ ਹੈ, ਕੌਨਫੀਡੈਂਸ ਨਹੀਂ ਹੈ, ਜਾਂ ਸਾਡਾ ਸਿਸਟਮ ਜਿਸ ਤਰ੍ਹਾਂ ਹੁਣ ਜਗਰੂਪ ਨੂੰ ਬੇਲ ਮਿਲ ਗਈ ਹੈ ਤਾਂ ਸਾਡਾ ਸਿਸਟਮ ਕਿਧਰੇ ਨਾ ਕਿਧਰੇ ਉਹ ਡਰਦੀਆਂ ਨੇ ਕਿ ਪਤਾ ਨਹੀਂ ਅਸੀਂ ਲੜ ਸਕਾਂਗੇ ਕਿ ਨਹੀਂ, ਤਾਂ ਕੀ ਲੋਕਾਂ ਨੂੰ ਹੁਣ ਕੀ ਕਰਨਾ ਚਾਹੀਦਾ? Basically, I think those victims did not come forward ਕਿਉਂਕਿ ਉਹਨੂੰ confidence system ਦੇ ਵਿੱਚ ਨਹੀਂ ਸੀਗਾ. See, we could not provide them that kind of a support and confidence saying that you come forward, we will ensure justice to you. So that now it is our duty to ensure that we create an environment ਜਿਹਦੇ ਵਿੱਚ ਜਿੰਨੇ ਵੀ stakeholders ਹੈ, everybody should ensure that we create that environment to provide confidence to a woman to come forward and give come forward and seek justice in case any such situation arises. That kind of system we have to create. ਕੀ ਇਹਦੇ ਵਿੱਚ ਕੋਈ ਉਹਨੂੰ ਸਾਈਕੋਲੋਜੀਕਲ ਜਾਂ ਕਾਉਂਸਲਿੰਗ, ਸਟਰੋਂਗ ਕਾਉਂਸਲਿੰਗ, ਸਾਨੂੰ ਕਾਉਂਸਲਰਸ ਦੀ ਵੀ ਲੋੜ ਪਏਗੀ ਕਿ ਪੁਲਿਸ ਨੂੰ? We do have counseling, which counseling of this victim also was being done continuously. Support was given by the Women and Child Department of Punjab. So they were continuously, they were in touch with them for providing her counseling. So this facility is already in place. ये already exist करता है, and this girl also has been benefited from that. She was in a shock, we helped her get her out of it. Even the friend also was given counseling because he also got terribly was affected by the whole incident. ਜਦੋਂ ਕਿ ਉਹਦੇ ਦੋਸਤ ਨੇ ਬੜੀ ਬਰੇਵਲੀ ਸਾਰੀ ਚੀਜ਼ ਨੂੰ ਫੇਸ ਕੀਤਾ ਤੇ ਉਹ ਪੁਲਿਸ ਕੋਲ ਵੀ ਖੁਦ ਹੀ ਗਿਆ ਤੇ ਪੁਲਿਸ ਵੀ ਇੰਨੀ ਅਲਰਟ ਸੀ ਕਿ ਉਹਨਾਂ ਨੇ ਉਸੇ ਤੋਂ ਲੜਕੀ ਬਾਰੇ ਵੀ ਇਨਕੁਆਇਰੀ ਕੀਤੀ ਕਿ ਤੁਹਾਡੇ ਨਾਲ ਤਾਂ ਰਾਤ ਦਾ ਜੋ ਸ਼ਿਕਾਇਤ ਪੁਲਿਸ ਕੋਲੇ ਆਈ ਉਹਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਸੀ, ਉਹ ਲੜਕੀ ਕਿੱਥੇ? ਤੇ ਲੜਕੇ ਨੂੰ ਹਾਲਾਂਕਿ ਉਹਦੇ ਘਰਦਿਆਂ ਨੇ ਸ਼ਾਇਦ ਕਿਸੇ ਲੈਵਲ ਤੇ ਆਪਣੀ ਸੇਫਟੀ ਲਈ ਕਿਹਾ ਹੋਵੇਗਾ. In this particular case, the police has done fantastic job. Exactly. Meticulously investigate पहले and arrested everybody. और उनकी voice samples also have been matched. उनकी sample also was taken after the permission of the magistrate. Everything was very well done. But it is unfortunate that the trial took so long क्योंकि वो COVID ਦੀ situation नहीं, पर COVID ਤਾਂ ਮੈਡਮ ਇਸ ਸਾਲ ਆਇਆ ਹੈ, ਇਹ ਫਰਵਰੀ 2019 ਦੀ ਘਟਨਾ ਆ ਤੇ 40 ਡੇਜ਼ ਵਿੱਚ ਪੁਲਿਸ ਨੇ ਤੇ ਚਾਰਜ ਸ਼ੀਟ ਫਾਈਲ ਕਰ ਦਿੱਤੀ ਸੀ. ਇਟ ਵਾਸ ਬਹੁਤ ਛੇਤੀ ਕੰਮ ਕੀਤਾ ਪੁਲਿਸ ਨੇ. See, there are different stakeholders in a criminal justice system. There are many. Police is just one part. So from our part, we've done our best. So now the other important organs of the criminal justice system, even they have to also do whatever is the best they can do. ਹੁਣ ਆਪਾਂ ਕੀ ਸੋਚੀਏ ਕਿ ਫਿਊਚਰ ਚ ਕੀ ਹੋਏਗਾ? ਜਗਰੂਪ ਆ ਜਾਏਗਾ ਤੇ ਲੜਕੀ ਨੇ ਕਿਹਾ ਕਿ ਹਾਂ, ਮੈਂ ਇਹ ਜਾਣਨਾ ਚਾਹੁੰਦੀ ਹਾਂ ਜਗਰੂਪ ਦੇ ਆ ਜਾਣ, ਜਿਸ ਤਰ੍ਹਾਂ ਲੜਕੀ ਨੇ ਡਰ ਜ਼ਾਹਰ ਕੀਤਾ, ਲੜਕੇ ਦੇ ਪਰਿਵਾਰ ਨੇ ਵੀ ਡਰ ਜ਼ਾਹਰ ਕੀਤਾ ਉਸ ਲੜਕੀ ਦਾ ਜਿਹੜਾ ਦੋਸਤ ਸੀ, ਤੇ ਹੁਣ ਤੁਹਾਨੂੰ ਲੱਗਦਾ ਕਿ ਜਗਰੂਪ ਦੇ ਬਾਹਰ ਆਉਣ ਨਾਲ ਜਿਹੜਾ ਕੋਰਟ ਵਿੱਚ ਕੇਸ ਚੱਲ ਰਿਹਾ ਉਹਦੇ ਤੇ ਕੋਈ ਅਸਰ ਪਏਗਾ? ਮੇਨ ਅਕਿਊਜ਼ਡ ਦੇ ਬਾਹਰ ਆਉਣ ਨਾਲ there are some more prosecution witnesses ਹੁਣ ਵੀ ਉਹਨਾਂ ਦੀ ਹੋਣਾ ਹੈ. Basically that is the reason usually bail is not given in the middle of the trial in such heinous crimes. But I'm sure the local police authorities are aware and they'll take remedial action. They'll ensure that the witnesses are protected. They're all aware, so I'm sure they'll look after. I have full confidence since we've done such a fantastic case. They will ensure that it goes to the logical end. ਜੀ ਨੀਰਜਾ ਜੀ, ਬਹੁਤ ਸ਼ੁਕਰੀਆ. ਥੈਂਕ ਯੂ. ਹੁਣ ਲੁਧਿਆਣਾ ਦੀ ਪੁਲਿਸ ਅਤੇ ਪੀੜਤ ਲੜਕੀ ਦਾ ਪਰਿਵਾਰ ਸੁਪਰੀਮ ਕੋਰਟ ਤੱਕ ਪਹੁੰਚ ਕਰ ਰਹੇ ਹਨ, ਪਰ ਸਵਾਲ ਇਹ ਹੈ ਕਿ ਧੀਆਂ ਦੀ ਸੁਰੱਖਿਆ, ਔਰਤਾਂ ਤੇ ਲੜਕੀਆਂ ਦੀ ਸੁਰੱਖਿਆ ਕਿੱਥੇ ਹੈ? ਖਾਸ ਕਰਕੇ ਪੰਜਾਬ ਜੋ ਕਾਫੀ ਜਾਗਰੂਕ ਅਤੇ ਪੜ੍ਹੇ ਲਿਖਿਆਂ ਵਾਲਾ ਸੂਬਾ ਹੈ ਅਤੇ ਇੱਥੇ ਇਹ ਵੀ ਆਖਿਆ ਜਾਂਦਾ ਹੈ, ਬਾਹਰੋਂ ਲੋਕ ਇਹੋ ਹੀ ਪ੍ਰਭਾਵ ਲੈ ਕੇ ਆਉਂਦੇ ਹਨ ਕਿ ਇਸ ਸੂਬੇ ਦੇ ਵਿੱਚ ਤਾਂ ਸਿੱਖੀ ਪ੍ਰਫੁੱਲਤ ਹੈ ਤੇ ਸਿੱਖ ਗੁਰੂਆਂ ਨੇ, ਗੁਰੂ ਨਾਨਕ ਦੇਵ ਜੀ ਨੇ ਖਾਸ ਤੌਰ ਤੇ ਆਖਿਆ ਸੀ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਜੇ ਪੰਜਾਬ ਵਰਗੇ ਸੂਬੇ ਵਿੱਚ ਵੀ ਧੀਆਂ ਸੁਰੱਖਿਅਤ ਨਹੀਂ ਹਨ, ਲੜਕੀਆਂ ਸੁਰੱਖਿਅਤ ਨਹੀਂ ਹਨ, ਤਾਂ ਹੋਰ ਕਿੱਥੇ ਹੋ ਸਕਦੀਆਂ ਹਨ? ਹਾਲਾਂਕਿ ਪੂਰੇ ਮੁਲਕ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਵੀ ਚਲਾਈ ਜਾ ਰਹੀ ਹੈ, ਪਰ ਇਸ ਤੇ ਬਹੁਤ ਹੈਰਾਨੀ ਹੁੰਦੀ ਹੈ ਕਿ ਪੁਲਿਸ ਜਿਸ ਨੇ ਆਪਣਾ ਕੰਮ ਬਹੁਤ ਬਰੀਕੀ ਨਾਲ ਕੀਤਾ ਦੱਸਿਆ ਜਾਂਦਾ ਹੈ, ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬਹੁਤ ਘਿਨਾਉਣੇ ਕੇਸ ਦੀ ਜਾਂਚ ਬਹੁਤ ਸੂਖਮਤਾ ਤੇ ਬਰੀਕੀ ਨਾਲ ਕੀਤੀ ਗਈ ਸੀ, ਤਾਂ ਫਿਰ ਇਹੋ ਹੀ ਸਵਾਲ ਉੱਠਦਾ ਹੈ ਕਿ ਜੇ ਇਸ ਕੇਸ ਵਿੱਚ
ਮੁੱਖ ਮੁਲਜ਼ਮ ਜਗਰੂਪ ਸਿੰਘ ਬਾਹਰ ਆ ਗਿਆ ਹੈ, ਹਾਈ ਕੋਰਟ ਤੋਂ ਉਸ ਨੂੰ ਜ਼ਮਾਨਤ ਮਿਲ ਗਈ ਹੈ, ਤਾਂ ਕਿਤੇ ਨਾ ਕਿਤੇ ਸਰਕਾਰੀ ਵਕੀਲਾਂ ਵੱਲੋਂ ਹੀ ਪੱਖ ਪੇਸ਼ ਕਰਨ ਵਿੱਚ ਕਿਤੇ ਕੁਤਾਹੀ ਹੋਈ ਜਾਪਦੀ ਹੈ। ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਵੇਲੇ ਉਸ ਦੀ ਜ਼ਮਾਨਤ ਦੇ ਮਾਮਲੇ ਵਿੱਚ ਅਦਾਲਤ ਵਿੱਚ ਸਹਾਇਕ ਅਟਾਰਨੀ ਜਨਰਲ ਪੇਸ਼ ਹੋਏ ਸਨ, ਜਦੋਂ ਕਿ ਪੁਲਿਸ ਦਾ ਮੰਨਣਾ ਹੈ ਕਿ ਜੇ ਖੁਦ ਅਟਾਰਨੀ ਜਨਰਲ ਇਸ ਕੇਸ ਵਿੱਚ ਪੇਸ਼ ਹੁੰਦੇ ਤਾਂ ਸਥਿਤੀ ਹੋਰ ਤਰ੍ਹਾਂ ਦੀ ਹੋਣੀ ਸੀ। ਸੋ ਹਾਲ ਦੀ ਘੜੀ ਲੜਕੀ ਦਾ ਪਰਿਵਾਰ ਅਤੇ ਉਸਦੇ ਦੋਸਤ ਦਾ ਪਰਿਵਾਰ ਕਾਫੀ ਪਰੇਸ਼ਾਨੀ ਵਿੱਚ ਹਨ, ਭਾਵੇਂ ਉਹਨਾਂ ਨੇ ਲੁਧਿਆਣਾ ਪੁਲਿਸ ਤੱਕ ਪਹੁੰਚ ਕੀਤੀ ਹੈ ਆਪਣੀ ਜਾਨ ਮਾਲ ਦੇ ਖਤਰੇ ਦੀ ਦੁਹਾਈ ਦਿੰਦਿਆਂ, ਅਤੇ ਲੁਧਿਆਣਾ ਪੁਲਿਸ ਵੀ ਇਸ ਵੇਲੇ ਕਾਫੀ ਫਿਕਰਮੰਦ ਹੈ ਅਤੇ ਉਹ ਆਪਣੀ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਤੱਕ ਪਹੁੰਚਣ ਲਈ ਆਪਣੀ ਚਾਰਾਜੋਈ ਕਰ ਰਹੀ ਹੈ। ਕਿਉਂਕਿ ਅਸੀਂ 21ਵੀਂ ਸਦੀ ਵਿੱਚ ਕਿੱਥੇ ਪਹੁੰਚ ਗਏ ਹਾਂ, ਕਿੰਨੇ ਇਵੋਲਵ ਹੋ ਚੁੱਕੇ ਹਾਂ, ਪਰ ਫਿਰ ਵੀ ਅੱਧੀ ਦੁਨੀਆ ਦੀ ਆਜ਼ਾਦੀ ਦਾ ਸਵਾਲ ਹੈ। ਲੜਕੀਆਂ ਅਤੇ ਔਰਤਾਂ ਦੇ ਆਰਾਮ ਨਾਲ ਤੁਰੇ ਫਿਰਨ ਦਾ ਸਵਾਲ ਹੈ, ਅਤੇ ਜੇ ਉਹ ਸੁਰੱਖਿਅਤ ਨਹੀਂ ਹਨ ਤਾਂ ਕਿਉਂ ਨਹੀਂ ਹਨ? ਕੌਣ ਇਹਦੇ ਲਈ ਜ਼ਿੰਮੇਵਾਰ ਹੈ? ਸਾਡਾ ਸਮਾਜ ਜ਼ਿੰਮੇਵਾਰ ਹੈ ਜਾਂ ਕੌਣ ਜ਼ਿੰਮੇਵਾਰ ਹੈ? ਜਾਂ ਸਾਡਾ ਸਿਆਸੀ, ਆਰਥਿਕ ਅਤੇ ਸਮਾਜਿਕ ਤਾਣਾ ਬਾਣਾ ਹੀ ਇਹਦੇ ਲਈ ਜ਼ਿੰਮੇਵਾਰ ਹੈ? ਆਪਾਂ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੋਸ਼ੀਓਲੋਜੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਰਜੇਸ਼ ਗਿੱਲ ਹੋਰਾਂ ਨਾਲ। ਆਓ ਸੁਣਦੇ ਹਾਂ, ਦੇਖਦੇ ਹਾਂ ਰਜੇਸ਼ ਗਿੱਲ ਜੀ ਕੀ ਆਖਦੇ ਨੇ। ਮੇਰੇ ਕੋਲ ਤਾਂ ਨਾ ਲਫ਼ਜ਼ ਨਹੀਂ ਹੈਗੇ ਆਪਣਾ ਅਫਸੋਸ ਜ਼ਾਹਿਰ ਕਰਨ ਵਾਸਤੇ ਕਿ ਅਸੀਂ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਬੇਟੀ ਬਚਾਓ ਬੇਟੀ ਪੜ੍ਹਾਓ, ਕੁੜੀਆਂ ਦੀ ਪਤਾ ਨਹੀਂ ਕਿੱਥੇ ਪਹੁੰਚ ਗਈਆਂ, ਕੁੜੀਆਂ ਦੀ ਸੇਫਟੀ, ਇੰਨੇ ਲਾਅ ਬਣਾ ਲਏ, ਕਾਨੂੰਨ ਇੰਨੇ ਬਣਾ ਲਏ ਅਸੀਂ, ਪਰ ਉਹਨਾਂ ਦੀ ਇੰਪਲੀਮੈਂਟੇਸ਼ਨ ਕਿੱਥੇ ਹੈ? ਕਿਉਂ ਇਸ ਤਰ੍ਹਾਂ ਹੁੰਦਾ? ਇਹ ਕੋਈ ਆਮ ਰੇਪ ਕੇਸ ਨਹੀਂ ਹੈ, ਇਹ ਇੱਕ ਗੈਂਗ ਰੇਪ ਹੈ ਜਿੱਥੇ ਕਿ 10 ਬੰਦਿਆਂ ਨੇ ਉਸ ਕੁੜੀ ਨਾਲ ਰੇਪ ਕੀਤਾ। ਜਸਟ ਇਮੈਜਿਨ। ਨਾਟ ਓਨਲੀ ਦੈਟ, ਜਿਹੜੇ ਉਹਨਾਂ ਨੂੰ ਫੋਨ ਬਰਾਮਦ ਹੋਏ, ਟੈਲੀਫੋਨਸ ਦੇ ਵਿੱਚ ਉਸ ਕੁੜੀ ਦੀਆਂ ਪੂਰੀਆਂ ਫੋਟੋਆਂ ਬਣਾਈਆਂ ਗਈਆਂ, ਖਿੱਚੀਆਂ ਗਈਆਂ ਸਾਰੇ ਰੇਪ ਦੇ ਦੌਰਾਨ, ਕਿਸ ਤਰ੍ਹਾਂ ਦੇ ਉਹਨਾਂ ਦਾ ਮੈਂਟਲ ਸਟੇਟ ਹੈ, ਔਰ ਉਹਨਾਂ ਨੇ ਪਹਿਲਾਂ 7-8 ਪਹਿਲਾਂ ਗੈਂਗ ਰੇਪ ਕਰ ਚੁੱਕੇ ਨੇ। ਇਹ ਵੀ ਪ੍ਰੂਫ ਹੈ, ਸਾਰਾ ਐਵੀਡੈਂਸ ਹੈਗਾ, ਔਰ ਉਹਨਾਂ ਦੀਆਂ ਵੀ ਫੋਟੋਆਂ ਉਹਨਾਂ ਦੇ ਟੈਲੀਫੋਨਾਂ ਚੋਂ ਮਿਲੀਆਂ, ਮੋਬਾਈਲ ਫੋਨਸ ਚੋਂ ਮਿਲੀਆਂ। ਔਰ ਇਸ ਦੇ ਬਾਵਜੂਦ ਕਿਤੇ ਜਿਹੜਾ ਆਪਣਾ ਪ੍ਰੋਸੀਕਿਊਸ਼ਨ ਹੈ, ਜਾਂ ਤੇ ਉਹਨੇ ਚੰਗੀ ਤਰ੍ਹਾਂ ਕੇਸ ਉੱਥੇ ਨਹੀਂ ਕੀਤਾ, ਕੋਰਟ ਦੇ ਵਿੱਚ ਪੇਸ਼ ਕੀਤਾ, ਕਿਉਂਕਿ ਜੇ ਡਿਫੈਂਸ ਕਾਉਂਸਲ ਨੇ ਜੋ ਕੁਝ ਵੀ ਦਲੀਲਾਂ ਦਿੱਤੀਆਂ ਉਹਨੂੰ ਰਿਬਟ ਨਹੀਂ ਕਰ ਸਕੇ, ਤੇ ਇਹ ਸਰਕਾਰ ਦੀ ਨਲਾਇਕੀ ਹੈ। ਮਤਲਬ ਸਿਰਫ ਲਾਅ ਬਣਾਉਣ ਨਾਲ, ਕਾਨੂੰਨ ਬਣਾਉਣ ਨਾਲ ਕੁਝ ਨਹੀਂ ਹੋਣਾ। ਸਾਡੇ ਕੋਲੇ ਜਿਸ ਤਰ੍ਹਾਂ ਸਰਕਾਰੀ ਵਕੀਲਾਂ ਦੀ ਭਰਮਾਰ ਹੈ, ਤੇ ਤੁਸੀਂ ਵੀ ਆਖਿਆ ਕਿ ਉਹ ਕੇਸ ਸਹਾਇਕ ਅਟਾਰਨੀ ਜਨਰਲ ਉਸ ਵੇਲੇ ਪੇਸ਼ ਹੋਏ ਸਨ ਉਹਦੀ ਜ਼ਮਾਨਤ ਦੇ ਮਾਮਲੇ ਵਿੱਚ, ਤਾਂ ਸੁਭਾਵਿਕ ਹੈ ਉਹਨਾਂ ਨੇ ਕੇਸ ਸਟਰੋਂਗਲੀ ਨਹੀਂ ਰੱਖਿਆ, ਉਹਨਾਂ ਨੇ ਉਹ ਸਥਿਤੀਆਂ ਵੀ ਬਿਆਨ ਨਹੀਂ ਕੀਤੀਆਂ, ਤੇ ਅਦਾਲਤ ਨੇ ਇਹ ਆਖਿਆ ਕਿ ਕਿਉਂਕਿ ਪਹਿਲਾਂ ਲੁੱਟ ਖੋਹ ਦੀ ਵਾਰਦਾਤ ਹੀ ਵਜੋਂ ਹੀ ਇਹ ਕੇਸ ਦਰਜ ਕਰਵਾਇਆ ਗਿਆ ਸੀ। ਲੜਕੀ ਕਿਉਂਕਿ ਡਰੀ ਹੋਈ ਸੀ, ਸਹਿਮੀ ਹੋਈ ਸੀ ਬਹੁਤ, ਜਿੰਨਾ ਕਿ ਘਿਨਾਉਣਾ ਕਾਂਡ ਸੀ, ਤੇ ਉਹ ਲੇਟ ਕੁਝ ਟਾਈਮ ਬਾਅਦ ਹੀ ਉਹਦੇ ਨਾਲ ਬਲਾਤਕਾਰ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਤੇ ਤੁਸੀਂ ਕੀ ਮੰਨਦੇ ਹੋ ਕਿ ਸਾਡੇ ਕੋਲ ਇੰਨੇ ਵਕੀਲ ਹੋਣ ਦੇ ਬਾਵਜੂਦ, ਤੇ ਹੁਣ ਸਰਕਾਰ, ਫਿਰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਹੀ ਹੈ, ਤੇ ਜਦੋਂ ਕਿ ਪਹਿਲਾਂ ਹੀ ਕੇਸ ਸਟਰੋਂਗਲੀ ਪੇਸ਼ ਨਹੀਂ ਕੀਤਾ ਗਿਆ, ਕੀ ਵਕੀਲਾਂ ਦੇ ਪੱਖ ਤੇ ਵੀ, ਸਰਕਾਰੀ ਵਕੀਲਾਂ ਦੇ ਪੱਖ ਤੇ ਵੀ ਕੁਤਾਹੀ ਹੋਈ ਹੈ? ਬਿਲਕੁਲ ਹੋਈ ਹੈ। ਸਰਕਾਰੀ ਵਕੀਲਾਂ ਦਾ ਮੈਂ ਕਹਿੰਦੀ ਹਾਂ ਕਿ ਅਕਾਊਂਟੇਬਿਲਿਟੀ ਫਿਕਸ ਹੋਣੀ ਚਾਹੀਦੀ ਹੈ। ਜਿਹੜਾ SSP ਹੈ ਉਹਦੀ ਜਿਹੜੀ ਸਟੇਟਮੈਂਟ ਹੈ ਉਹ ਵੀ ਕਹਿੰਦਾ ਜੀ ਗਲਤ ਹੋਇਆ, ਬਿਲਕੁਲ ਅਸੀਂ ਸਾਰਾ ਕੇਸ ਤਿਆਰ ਕੀਤਾ, ਐਵੀਡੈਂਸ ਇਕੱਠੇ ਕੀਤੇ, ਟਰਾਇਲ ਹੋ ਰਿਹਾ ਹੈ, ਔਰ ਉਹਦੇ ਵਿੱਚ ਐਵੀਡੈਂਸਿਸ ਸਾਰੇ ਤੁਹਾਡੇ ਕੋਲ ਹੈਗੇ ਨੇ, ਤੇ ਔਰ ਉਸ ਲੜਕੀ ਨੂੰ ਤੁਸੀਂ ਕਹਿੰਦੇ ਹੋ ਜੀ ਕਿ ਉਹ ਦੇਰ ਨਾਲ 2 ਦਿਨ ਬਾਅਦ ਰਿਪੋਰਟ ਕੀਤੀ ਜਾਂ ਕੰਪਲੇਂਟ ਫਾਈਲ ਕੀਤੀ। ਇਹ ਵੀ ਤਾਂ ਦੇਖੋ ਨਾ ਵੀ ਜਿਹੜੀਆਂ ਪਹਿਲੀਆਂ ਉਹ ਰੇਪ ਕਰ ਚੁੱਕੇ ਨੇ ਕੁੜੀਆਂ ਨੂੰ, ਇੱਕ ਵੀ ਕੁੜੀ ਨਹੀਂ ਸਾਹਮਣੇ ਆਈ। ਇਹ ਆਸਾਨ ਹੈ? ਇੱਕ ਰੇਪ ਦਾ ਕੇਸ ਫਾਈਲ ਕਰਨ ਦਾ ਮਤਲਬ ਕੀ ਹੁੰਦਾ ਹੈ? ਕਦੀ ਸੋਚ ਕੇ ਦੇਖੋ। ਕੋਰਟ ਦੇ ਵਿੱਚ ਵੀ ਤਾਂ ਅਸੀਂ ਜੁਡੀਸ਼ੀਅਲ ਐਕਟਿਵਿਜ਼ਮ ਦੀ ਗੱਲ ਕਰਦੇ ਹਾਂ। ਮੈਨੂੰ ਤਾਂ ਕੋਰਟ ਦੇ ਉੱਤੇ ਵੀ ਅਫਸੋਸ ਹੁੰਦਾ ਕਿ ਭਾਵੇਂ ਠੀਕ ਹੈ ਕਿ ਜੋ ਐਵੀਡੈਂਸ ਸਾਹਮਣੇ ਹੋਏਗਾ ਉਹਦੇ ਹਿਸਾਬ ਨਾਲ ਉਹ ਕਰਨਗੇ ਫੈਸਲਾ, ਲੇਕਿਨ ਜੁਡੀਸ਼ੀਅਲ ਐਕਟਿਵਿਜ਼ਮ ਵੀ ਤਾਂ ਕੁਝ ਹੁੰਦਾ ਹੈ, ਸੂਓ ਮੋਟੋ ਵੀ ਤਾਂ ਕਈ ਚੀਜ਼ਾਂ ਦੀ ਲਈ ਜਾਂਦੀ ਹੈ ਕੋਗਨੀਜ਼ੈਂਸ। ਉਹ ਜਿਹੜੀ ਪਹਿਲਾਂ ਜਿਹੜੀਆਂ ਕੁੜੀਆਂ ਨਾਲ ਇਹ ਬਦਸਲੂਕੀ ਹੋਈ, ਕਿਸੇ ਨੇ ਵੀ ਫਾਈਲ ਨਹੀਂ ਕੀਤਾ ਕੇਸ, ਕਿਉਂਕਿ ਕੇਸ ਫਾਈਲ ਕਰਨ ਤੋਂ ਤਾਂ ਸਟੋਰੀ ਸ਼ੁਰੂ ਹੁੰਦੀ ਹੈ, ਖਤਮ ਥੋੜੀ ਹੁੰਦੀ ਹੈ। ਉਸ ਤੋਂ ਬਾਅਦ ਟਰਾਇਲ ਨੂੰ ਭੁਗਤਣਾ, ਐਵੀਡੈਂਸਿਸ ਉੱਥੇ ਕੋਰਟ ਦੇ ਵਿੱਚ, ਔਰ ਗਵਾਹ ਪੈਦਾ ਕਰਨੇ, ਗਵਾਹ ਪੇਸ਼ ਕਰਨੇ, ਇਹ ਸਾਰਾ ਕੁਝ ਕੀ ਕੋਈ ਆਸਾਨ ਹੈ? ਇਹ ਤੇ ਕਈ ਵਾਰੀ ਰੇਪ ਹੁੰਦਾ ਕੁੜੀ ਦਾ, ਔਰ ਉਹਦੇ ਕੱਪੜੇ ਨਹੀਂ ਸੀ ਪਾਏ ਹੋਏ ਤੇ ਕਮੀਜ਼ ਦੇ ਉੱਤੇ ਸੀਮਨ ਕਿੱਥੋਂ ਆ ਗਿਆ, ਇਹੋ ਜਿਹੇ। ਇਹਨੂੰ ਕਿਉਂ ਨਹੀਂ ਉਹ ਰਿਬਟ ਕਰ ਸਕਿਆ? ਜਿਹੜਾ ਪ੍ਰੋਸੀਕਿਊਸ਼ਨ ਸੀ ਇਹਨੂੰ ਰਿਬਟ ਕਿਉਂ ਨਹੀਂ ਕਰ ਸਕਿਆ? ਤਿਆਰੀ ਨਹੀਂ ਸੀ।
ਤਿਆਰੀ ਨਹੀਂ ਸੀ ਪੂਰੀ, ਔਰ ਉਹਦੇ 'ਚ ਉਹ ਕੁੜੀ, ਉਹਦੀ ਲੜਾਈ ਹੋਰ ਜ਼ਿਆਦਾ ਔਖੀ ਹੋ ਗਈ। ਇਹ ਤੇ ਸਾਡੀ ਸਮਾਜ ਦੇ ਉੱਤੇ ਇੱਕ ਥੱਪੜ ਹੈ ਜਿਹੜਾ ਉਹਨਾਂ ਦੀ ਰਿਹਾਈ ਹੋਈ ਹੈ, ਜ਼ਮਾਨਤ ਹੋਈ ਹੈ। ਕੀ ਸਮਾਜ ਦੇ ਤੌਰ ਤੇ ਅਸੀਂ ਹੋਰ ਨਿਗਰੇ ਆ ਇਹੋ ਜਿਹੇ ਮਾਮਲੇ 'ਚ ਜਿਸ ਤਰ੍ਹਾਂ ਇੱਕ ਮੁਲਜ਼ਮ ਦੀ ਜ਼ਮਾਨਤ ਦੇ ਅਸਾਰ ਬਣ ਜਾਣ, ਉਹਨੂੰ ਜ਼ਮਾਨਤ ਦੇਣਾ ਅਦਾਲਤ ਮੰਨ ਜਾਵੇ, ਕੀ ਅਸੀਂ ਹੋਰ ਨਿਗਰੇ ਆ? ਬਿਲਕੁਲ ਬਿਲਕੁਲ ਨਿਗਰੇ ਆ। ਔਰ ਮੈਨੂੰ ਇਸ ਤੋਂ ਵੀ ਇਹ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਜਦੋਂ ਰੇਪ ਕੇਸ ਹੋਇਆ ਸੀ, ਦਿੱਲੀ ਇਕੱਠੀ ਹੋ ਗਈ ਸੀ ਸਾਰੀ ਕੈਂਡਲਸ ਲੈ ਕੇ ਰਾਤ ਨੂੰ। ਸਾਡੇ ਪੰਜਾਬੀ ਕਿਉਂ ਨਹੀਂ ਇਕੱਠੇ ਹੁੰਦੇ? ਸਾਡੇ ਪੰਜਾਬ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਜ਼ਮਾਨਤ ਹੋ ਗਈ ਹੈ, ਕੋਈ ਨਿਊਜ਼ ਨਹੀਂ, ਕੋਈ ਸਟੇਟਮੈਂਟਾਂ ਨਹੀਂ, ਕੋਈ ਨਿਊਜ਼ਪੇਪਰ ਦੇ ਵਿੱਚ ਖਾਸ ਇਹਦੇ ਉੱਤੇ ਕੋਈ ਸਟੇਟਮੈਂਟਸ ਨਹੀਂ ਆਈਆਂ। ਕਿਉਂ? ਇਹ ਸਾਡੀ ਨਿਰਭਇਆ ਸਾਡੀ ਕੁੜੀ ਨਹੀਂ ਹੈਗੀ। 10 ਬੰਦਿਆਂ ਨੇ ਉਹਨੂੰ ਰੇਪ ਕੀਤਾ, ਕੀ ਅਸੀਂ ਉਹਨਾਂ ਨੂੰ ਇਹ ਆਜ਼ਾਦੀ ਦੇ ਰਹੇ ਹਾਂ ਵੀ ਹੋਰ ਕਰੋ? ਸਾਡੀਆਂ ਕੁੜੀਆਂ ਕਿੱਥੋਂ ਸੇਫਟੀ ਹੋਏਗੀ? ਸਾਡੀ ਇੱਕ ਜਿਹੜਾ ਸਭ ਤੋਂ ਬੇਸਿਕ ਰਾਈਟ ਹੈ ਨਾ, ਸਾਡਾ ਹਿਊਮਨ ਰਾਈਟ ਸੇਫਟੀ, ਅਸੀਂ ਉਹ ਨਹੀਂ ਇੱਕ ਪ੍ਰੋਵਾਈਡ ਕਰ ਸਕੇ ਆਪਣੀਆਂ ਕੁੜੀਆਂ ਨੂੰ। ਬਾਕੀ ਤਾਂ ਅਸੀਂ ਕੀ ਕਰਾਂਗੇ? ਐਜੂਕੇਸ਼ਨ, ਐਮਪਲੋਇਮੈਂਟ ਬਾਅਦ ਦੀਆਂ ਗੱਲਾਂ ਨੇ, ਅਸੀਂ ਸੇਫਟੀ ਤਾਂ ਦੇ ਨਹੀਂ ਸਕੇ ਆਪਣੀਆਂ ਕੁੜੀਆਂ ਨੂੰ। ਔਰ ਇਹ ਜਿਹੜਾ ਕੇਸ ਹੈ ਇਹਨੂੰ ਪ੍ਰੂਵ ਕਰਦਾ ਕਿ ਕੁੜੀਓ, ਜੇ ਤੁਹਾਡੇ ਨਾਲ ਇਹ ਸਭ ਕੁਝ ਹੋਵੇ, ਇਹ ਹਸ਼ਰ ਹੋਵੇ, ਤੇ ਕੰਪਲੇਂਟ ਨਾ ਕਰਿਓ, ਫਾਈਲ ਨਾ ਕਰਿਓ ਕੇਸ, ਕਿਉਂਕਿ ਉਸ ਤੋਂ ਬਾਅਦ ਜਿਹੜਾ ਹਸ਼ਰ ਹੋਣਾ ਉਸ ਤੋਂ ਵੀ ਖੌਫਨਾਕ ਹੋਣਾ, ਲੇਬਲ ਲੱਗ ਜਾਣਾ ਮੱਥੇ ਤੇ ਤੁਹਾਡੇ। ਲੜਕੀ ਨੇ ਤੇ ਉਹਦੇ ਦੋਸਤ ਨੇ ਜਾਨ ਮਾਲ ਦੇ ਆਪਣੀ ਖਤਰਾ ਉਹਨੇ ਦੱਸਿਆ, ਕਿਉਂਕਿ ਕੁੜੀ ਦੇ ਘਰ ਜਾ ਕੇ ਮੁੰਡੇ ਦੇ ਪਿਓ ਨੇ ਧਮਕਾਇਆ ਉਹਨਾਂ ਨੂੰ। ਈਵਨ ਜਿਹੜਾ ਕੁੜੀ ਦਾ ਦੋਸਤ ਸੀ ਤੇ ਉਹਨੂੰ ਵੀ ਧਮਕੀਆਂ ਦਿੱਤੀਆਂ ਗਈਆਂ। ਪੈਸਾ ਮੰਗਿਆ ਉਹਨਾਂ ਨੇ, ਪੈਸਾ ਮੰਗਿਆ ਮੁੰਡੇ ਨੂੰ ਛੱਡਣ ਵਾਸਤੇ, ਔਰ ਲੜਕੀ ਦਾ ਜਿਹੜਾ ਮੁੰਡੇ ਦਾ ਪਿਓ ਹੈ ਉਹ ਧਮਕੀਆਂ ਦੇ ਰਿਹਾ ਹੈ, ਜੇਲ੍ਹ ਦੇ ਵਿੱਚੋਂ ਧਮਕੀਆਂ ਦੇ ਰਹੇ ਨੇ, ਫਿਰ ਉਹਨਾਂ ਨੂੰ ਤੁਸੀਂ ਜ਼ਮਾਨਤ ਦੇ ਰਹੇ ਹੋ, ਹੈ ਨਾ? ਕੀ ਸਮਾਜ ਦੀ ਕੋਈ ਰਿਸਪੌਂਸਿਬਿਲਿਟੀ ਨਹੀਂ ਹੈ? ਕੀ ਸੁਜੈਸਟ ਕਰਦੇ ਹੋ ਕਿ ਸਮਾਜਿਕ ਬਾਈਕਾਟ ਉਸ ਪਰਿਵਾਰ ਦਾ ਜਿਹੜੇ ਰੇਪਿਸਟ ਨੇ? ਪਹਿਲੀ ਗੱਲ ਹੈ, ਸਾਰੇ ਰੇਪਿਸਟਾਂ ਦੀਆਂ ਫੋਟੋਆਂ ਸਾਰੇ ਟੀਵੀ ਦੇ ਉੱਤੇ ਦੇਣ। ਕਿਉਂ? ਤੇ ਕੱਪੜਾ ਕਿਉਂ ਬੰਨ ਦਿੰਦੇ ਨੇ ਉਹਨਾਂ ਦੇ ਅੱਗੇ, ਉਹਨਾਂ ਨੂੰ ਜ਼ਾਹਰ ਕਰਨ, ਤਾਂ ਕਿ ਉਦੋਂ ਤੱਕ ਸਿੱਧ ਨਹੀਂ ਨਾ ਹੋਇਆ, ਕੇਸ ਸਿੱਧ ਨਹੀਂ ਸੀ ਹੋਇਆ। ਮੁਲਜ਼ਮ ਜਦ ਤੱਕ ਜਦੋਂ ਸਿੱਧ ਹੁੰਦੇ ਨੇ ਤੇ ਕਮ ਸੇ ਕਮ ਸਾਰੇ ਸੁਸਾਇਟੀ ਨੂੰ ਦਿਖਾਓ ਕਿ ਆਹ ਮੁਲਜ਼ਮ ਨੇ, ਇਹਨਾਂ ਨੇ ਆਹ ਕਰਤੂਤ ਕੀਤੀ ਹੈ, ਤਾਂ ਕਿ ਕੋਈ ਉਹਨਾਂ ਨੂੰ ਮੂੰਹ ਨਾ ਲਾਵੇ। ਉਹਨਾਂ ਨਾਲ ਬਾਈਕਾਟ ਹੋਣਾ ਚਾਹੀਦਾ ਹੈ। ਔਰ ਜਿਹੜਾ ਬੰਦਾ ਸਰਕਾਰੀ ਵਕੀਲ, ਜੇ ਤੁਸੀਂ ਨਹੀਂ ਉੱਥੇ ਕੇਸ ਆਪਣਾ ਡਿਫੈਂਡ ਕਰ ਸਕਦੇ, ਉਹਨੂੰ ਜੇ ਨਹੀਂ ਰਿਬੱਟ ਕਰ ਸਕਦੇ ਦੂਜੇ ਦੇ ਆਰਗੂਮੈਂਟਸ ਨੂੰ, ਤੇ ਫਿਰ ਕੋਈ ਤੁਹਾਡੇ ਕੋਲ ਇਸ ਤੋਂ ਬਿਹਤਰ ਕੋਈ ਵਕੀਲ ਨਹੀਂ ਹੈਗੇ। ਉਹ ਕੁੜੀ ਨੂੰ ਜੇ ਅਸੀਂ ਲੀਗਲ ਏਡ ਹੱਕ ਦਿੱਤਾ ਹੋਇਆ ਹੈ ਕ੍ਰਿਮੀਨਲ ਕੇਸਿਸ ਦੇ ਵਿੱਚ, ਆਹ ਹੱਕ ਦਿੱਤਾ ਹੋਇਆ, ਉਹਦਾ ਕੀ ਫਾਇਦਾ ਹੈ? ਕੰਪੀਟੈਂਟ ਵਕੀਲ ਹੋਣਾ ਚਾਹੀਦਾ। ਜਿਸ ਤਰ੍ਹਾਂ ਦਾ ਕੰਪੀਟੈਂਟ ਵਕੀਲ ਦੂਜੇ ਪਾਸੇ ਹੈ, ਉਹਨਾਂ ਕੰਪੀਟੈਂਟ ਇੱਥੇ ਵੀ ਹੋਣਾ ਚਾਹੀਦਾ। ਇਹ ਤੇ ਸਾਡੀ ਨਲਾਇਕੀ ਸ਼ੋ ਹੁੰਦੀ ਹੈ ਇਹਦੇ ਨਾਲ। ਸਾਡੀ ਪੁਲਿਸ ਡੀਮੋਰਲਾਈਜ਼ ਹੋਏਗੀ। ਜਿਹੜੀ ਪੁਲਿਸ ਨੇ ਟ੍ਰਾਇਲ ਕੀਤਾ, ਜਿਹੜੇ ਐਸਐਸਪੀ ਦਾ ਮੈਂ ਸਟੇਟਮੈਂਟ ਸੁਣ ਰਹੀ ਸੀ, ਦਿਸ ਇਜ਼ ਸੋ ਡੀਮੋਰਲਾਈਜ਼ਿੰਗ ਫॉर ਹਿਮ ਆਲਸੋ। ਜਿਹੜੇ ਅਫਸਰ ਕੁਝ ਕਰਦੇ ਵੀ ਨੇ, ਉਹਨਾਂ ਵਾਸਤੇ ਬੜਾ ਡੀਮੋਰਲਾਈਜ਼ਿੰਗ ਹੈ ਵਿਚਾਰਿਆਂ ਵਾਸਤੇ। ਸੋ ਸਾਡੇ ਲਾ ਅਫਸਰ ਤੇ ਸਰਕਾਰ ਇਹਦੇ ਲਈ, ਪੰਜਾਬ ਸਰਕਾਰ ਸਿੱਧੀ ਜ਼ਿੰਮੇਵਾਰ ਹੈ, ਬਿਲਕੁਲ ਜ਼ਿੰਮੇਦਾਰ ਹੈ। ਸਰਕਾਰ ਜ਼ਿੰਮੇਵਾਰ ਹੈ, ਉਹਨੂੰ ਮੰਨਣਾ ਚਾਹੀਦਾ, ਉਹਨਾਂ ਨੂੰ ਸਟੇਟਮੈਂਟ ਦੇਣੀ ਚਾਹੀਦੀ ਹੈ ਕਿ ਇਹ ਸਾਡੀ ਗਲਤੀ ਦੇ ਨਾਲ ਹੋਇਆ। ਤੁਸੀਂ ਕੀ ਉਹਨਾਂ ਨੂੰ ਸੁਨੇਹਾ ਦਿਓਗੇ ਸਰਕਾਰ ਨੂੰ ਸਖਤੀ ਨਾਲ ਕਿ ਉਹ ਕੀ ਹੁਣ ਇਹ ਲਾਅ ਅਫਸਰਾਂ ਨੂੰ ਵੀ ਹੁਣ ਵੀ ਕੁਝ ਕਰ ਲੋ, ਕਿਉਂਕਿ ਇਹ ਇੱਕ ਕੇਸ ਨਹੀਂ ਹੈ। ਇਹ ਇੱਕ ਕੇਸ ਨਾਲ ਅਸੀਂ ਸੰਦੇਸ਼ ਦੇ ਰਹੇ ਹਾਂ, ਅਸੀਂ ਸੁਨੇਹਾ ਦੇ ਰਹੇ ਹਾਂ ਲੋਕਾਂ ਨੂੰ ਕਿ ਵੀ ਕੁਝ ਨਹੀਂ ਹੁੰਦਾ, ਆਪਣਾ ਇੰਜੋਏ ਕਰੋ ਤੇ ਭੱਜ ਜਾਓ, ਜ਼ਮਾਨਤ ਹੋ ਜਾਂਦੀ ਹੈ। ਇਹੋ ਜਿਹੇ ਸੁਨੇਹ ਨਾ ਦਿਓ। ਸਾਡੀਆਂ ਧੀਆਂ ਭੈਣਾਂ ਨੂੰ ਵੀ ਜੀਣ ਦਿਓ, ਉਹਨਾਂ ਨੂੰ ਵੀ ਇਹ ਜਿਹੜੇ ਕਾਨੂੰਨ ਬਣਾਏ ਨੇ ਸਿਰਫ ਡੈਕੋਰੇਸ਼ਨ ਪੀਸਿਸ ਵਾਂਗ ਨਾ ਰੱਖੋ, ਇਹਨਾਂ ਨੂੰ ਇੰਪਲੀਮੈਂਟ ਕਰੋ। ਔਰ ਜੇ ਹੁਣ ਵੀ ਕੁਝ ਕਰ ਸਕਦੇ ਹੋ ਤੇ ਕਰੋ। ਕਮ ਸੇ ਕਮ ਜਿਹੜੀ ਨੁਕਸਾਨ ਜਿਹੜਾ ਹੋ ਗਿਆ ਉਹਦੀ ਹੁਣ ਭਰਪੂਰੀ ਕਰ ਲਓ। ਜੀ ਸ਼ੁਕਰੀਆ, ਥੈਂਕ ਯੂ ਜੀ, ਮਿਹਰਬਾਨੀ। ਆਪਣੇ ਤੌਰ ਤੇ ਸੁਪਰੀਮ ਕੋਰਟ ਵਿੱਚ ਜਾਣ ਲਈ ਆਪਣੀ ਚਾਰਾਜੋਈ ਕਰ ਰਹੀ ਹੈ, ਆਪਣੇ ਦਸਤਾਵੇਜ਼ ਸਮੇਟ ਰਹੀ ਹੈ ਅਤੇ ਆਪਣੀ ਜਾਂਚ ਨੂੰ ਨਵੇਂ ਸਿਰਿਓਂ ਦੇਖ ਰਹੀ ਹੈ। ਅਤੇ ਇਸ ਦੇ ਨਾਲ ਹੀ ਪੀੜਤ ਲੜਕੀ ਜੋ ਡਰੀ ਵੀ ਹੋਈ ਹੈ ਤੇ ਜਿਸ ਦੇ ਨਾਲ ਇੰਨੀ ਮਾੜੀ ਹੋਈ, ਤਾਂ ਉਹ ਵੀ ਸੁਪਰੀਮ ਕੋਰਟ ਵਿੱਚ ਜਾਣ ਦੀ ਤਿਆਰੀ ਕਰ ਰਹੀ ਹੈ। ਤੇ ਨਾਲ ਹੀ ਸਾਡੇ ਲਈ, ਸਾਡੇ ਸਾਰਿਆਂ ਅੱਗੇ ਇਹ ਸਵਾਲ ਖੜਾ ਹੈ ਕਿ ਧੀਆਂ ਦੀ ਸੁਰੱਖਿਆ ਕਿਉਂ ਨਹੀਂ? ਕਿਉਂ ਕੋਈ ਇਸ ਤਰ੍ਹਾਂ ਆ ਕੇ ਇਸ ਤਰ੍ਹਾਂ ਦੇ ਮੁਜਰਮਾਨਾ ਮਾਨਸਿਕਤਾ ਵਾਲੇ ਲੋਕ ਧੀਆਂ ਨੂੰ ਜਿਉਣ ਕਿਉਂ ਨਹੀਂ ਦੇ ਰਹੇ? ਕਿਉਂ ਉਹਨਾਂ ਦੀ ਆਜ਼ਾਦੀ ਤੇ ਥਾਂ ਇਹੋ ਜਿਹੀਆਂ ਅੜਚਣਾਂ ਹਨ, ਅੜਿੱਕੇ ਹਨ? ਕਿਉਂ ਇਹੋ ਜਿਹੇ ਘਿਨਾਉਣੇ ਕਿਸਮ ਦੇ ਅਪਰਾਧਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ? ਇਹ ਸਾਡੇ ਸਵਾਲ ਜਿਉਂਦੇ ਤਿਉਂ ਖੜੇ ਨੇ। ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।